ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਤੀਜੇ ਦੇ 6ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਤੀਜਾ। ਤ੍ਰੈ ਗੁਣ ਵਖਾਣੇ ਭਰਮ ਨ ਜਾਏ, ਬੰਧਨ ਨਾ ਟੂਟੇ ਮੁਕਤ ਨ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਏ, ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਧੁਨ ਉਪਜੇ ਹਰ ਲਿਵ ਲਾਏ ਰਹਾਓ। ਤ੍ਰੈ ਗੁਣ ਕਾਲੇ ਕੀ ਸਿਰਕਾਰਾ, ਨਾਮ ਨ ਚੇਤੇ ਪਾਵਨ ਹਾਰਾ, ਮਰ ਜੰਮੇ ਫਿਰ ਵਾਰੋ ਵਾਰਾ, ਅੰਧੇ ਗੁਰ ਤੇ ਭਰਮ ਨ ਜਾਈ, ਮੂਲ ਛੋੜ ਲਾਗੇ ਦੂਜੇ ਪਾਈ, ਬਿਖ ਕਾ ਮਾਤਾ ਬਿਖ ਮੇਂ ਸਮਾਈ, ਮਾਇਆ ਕਰ ਮੂਲ ਜੰਤਰ ਅਪਰਮਾਏ, ਹਰ ਜਿਉ ਵਿਸਰਿਆ ਦੂਜੇ ਪਾਏ, ਜਿਸ ਨਦਰ ਕਰੇ ਸੋ ਪਰਮ ਗਤ ਪਾਏ। ਅੰਤਰ ਸਾਚ ਬਾਰ ਸਚ ਵਰਤਾਏ, ਸਾਚ ਨ ਛਪੇ ਜੇ ਕੋ ਰਖੇ ਛਪਾਏ, ਗਿਆਨੀ ਬੂਝੇ ਸਹਿਜ ਸਵਾਏ, ਗੁਰਮੁਖ ਸਾਚ ਰਹਾ ਲਿਵ ਲਾਏ, ਹਉਮੈ ਸ਼ਬਦ ਹਉਮੈ ਮਾਇਆ ਸ਼ਬਦ ਜਲਾਏ, ਮੇਰਾ ਪ੍ਰਭ ਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਤਾਵਤ ਰਾਖੇ ਠਾਕ ਰਹਾਏ, ਪੂਰੇ ਗੁਰ ਤੇ ਸੋਝੀ ਪਾਏ, ਆਪੇ ਕਰਤਾ ਸਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਆਪੇ ਕਰਤਾ ਸਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੇ ਕੋਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜਿਹੜੇ ਜੀਵ ਕੇਵਲ ਤ੍ਰੈ ਗੁਣ ਵਖਾਣੇ ਭਾਵ ਤਿੰਨਾਂ ਗੁਣਾਂ ਦੇ ਵਿਆਖਿਆ ਕਰਦੇ ਹਨ, ਜੋ ਕਿ ਰਜੋ ਤਮੋ ਤੇ ਸਤੋ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਜਿਸ ਕਰਕੇ ਉਹਨਾਂ ਦਾ ਭਰਮ ਕਦੇ ਨਹੀਂ ਜਾ ਸਕਦਾ ਜੀ। ਭਾਵ ਜਿਨ੍ਹਾਂ ਅੰਦਰ ਇਹ ਤ੍ਰੈ ਗੁਣਾਂ ਦੀ ਮਾਇਆ ਵਸੀ ਹੋਵੇ, ਉਹ ਕੋਈ ਵੀ ਕਿਸੇ ਨੂੰ ਕੀ ਕੁਛ ਸਿਖਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਹਨਾਂ ਦੇ ਮਾਇਆ ਦੇ ਬੰਧਨ ਨਹੀਂ ਛੁੱਟ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਲਯੁਗ ਵਿੱਚ ਮੁਕਤੀ ਦਾ ਦਾਤਾ ਕੇਵਲ ਪਰਮੇਸ਼ਰ ਹੈ ਜੀ। ਭਾਵ ਕੇਵਲ ਸਤਿਗੁਰੂ ਰੂਪ ਗੁਰਸ਼ਬਦ ਨਾਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰਸ਼ਬਦ ਨਾਮ ਦੁਆਰਾ ਆਪਣੇ ਤ੍ਰੈ ਗੁਣਾਂ ਦੇ ਭਰਮਾਂ ਨੂੰ ਦੂਰ ਕਰੋ ਜੀ। ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਇਹ ਤ੍ਰੈ ਗੁਣ ਗੁਰੂ ਜੀ ਸਾਨੂੰ ਦੱਸਦੇ ਹਨ, ਜੋ ਕਿ ਮਾਇਆਵੀ ਵਿਕਾਰ ਹਨ, ਰਜੋ ਤਮੋ ਤੇ ਸਤੋ। ਫਿਰ ਗੁਰੂ ਜੀ ਕਹਿੰਦੇ ਹਨ ਇਹ ਪਰਮੇਸ਼ਰ ਦੇ ਗੁਰਸ਼ਬਦ ਨਾਮ ਵਿੱਚ ਸਹਿਜ ਸੁਭਾਅ ਹੀ, ਪਰਮੇਸ਼ਰ ਦੇ ਗੁਰਸ਼ਬਦ ਨਾਮ ਵਿੱਚ ਲਿਵ ਲਾ ਕੇ ਸਹਿਜ ਸੁਭਾਵਕ ਹੀ ਇਸ ਰਹੱਸਮਈ ਨਾਮ ਨਾਲ ਲਿਵ ਲੱਗ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਤ੍ਰੈ ਗੁਣਾਂ ਵਾਲੀ ਮਾਇਆ ਜੀਵ ਉੱਤੇ ਕਾਲ ਦੀ ਤਰ੍ਹਾਂ ਆਪਣੀ ਪਕੜ ਬਣਾਏ ਰੱਖਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਜਿਸ ਨੇ ਇਹ ਸਾਨੂੰ ਪੈਦਾ ਕੀਤਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਨਹੀਂ ਸਿਮਰਦੇ ਜੀ। ਇਹ ਉਹ ਲੋਕ ਉਹ ਜੀਵ ਤ੍ਰੈ ਗੁਣੀ ਮਾਇਆ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਜੀ, ਅਤੇ ਆਵਾਗਮਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਜੀ। ਭਾਵ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ ਜੀ, ਮੁਕਤੀ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਅੰਨੇ ਅਗਿਆਨੀਆਂ ਦੀ
ਗੁਰੂ ਰੂਪ ਗੁਰਸ਼ਬਦ ਨਾਮ ਭਰਮ ਦੀ ਨਿਵਰਤੀ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਅਗਿਆਨੀ ਮਨੁੱਖ ਆਪਣੇ ਮੂਲ ਪਰਮੇਸ਼ਰ ਨੂੰ ਛੱਡ ਕੇ, ਜਿਸ ਤਰ੍ਹਾਂ ਸਾਡੀ ਗੁਰਬਾਣੀ ਸਾਨੂੰ ਕਹਿੰਦੀ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਔਰ ਪਰਮੇਸ਼ਰ ਸਾਡੇ ਅੰਦਰ ਹੀ ਹੈ ਜੀ। ਅਸੀਂ ਆਪਣੇ ਮੂਲ ਨੂੰ ਪਹਿਚਾਣ ਕੇ ਪਰਮੇਸ਼ਰ ਨੂੰ ਪਹਿਚਾਨਣਾ ਹੈ ਜੀ। ਇੱਥੇ ਗੁਰੂ ਜੀ ਕਹਿੰਦੇ ਹਨ ਜੋ ਅਗਿਆਨੀ ਜੀਵ ਆਪਣੇ ਮੂਲ ਨੂੰ ਛੱਡ ਕੇ ਦਵੈਤ ਭਾਗਵਾਂ ਵਿੱਚ ਭਾਵ ਮਾਇਆ ਦੇ ਗੁਣਾਂ ਵਿੱਚ ਮਸਤਿਆ ਹੋਇਆ ਮਾਇਆ ਵਿੱਚ ਹੀ ਸਮਾ ਜਾਂਦਾ ਹੈ ਜੀ। ਉਹ ਇਹਨਾਂ ਤੋਂ ਉੱਪਰ ਹੀ ਨਹੀਂ ਉੱਠਦਾ ਜੀ। ਹਰ ਤਰ੍ਹਾਂ ਦੇ ਮਾਇਆਵੀ ਵਿਕਾਰ ਉਹਨਾਂ ਨੂੰ ਸਾਰੀ ਜ਼ਿੰਦਗੀ ਲੱਗੇ ਹੀ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਆ ਗੁਰਮੁਖੋ ਮਾਇਆ ਨੂੰ ਮੂਲ ਸਮਝ ਕੇ ਸਾਰੇ ਜੀਵ ਜੰਤਰ ਭਰਮੇ ਫਿਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਦਵੈਤ ਭਾਵ ਕਰਕੇ ਉਹਨਾਂ ਨੂੰ ਪਰਮੇਸ਼ਰ ਭੁੱਲਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਜਿਨ੍ਹਾਂ ਗੁਰਮੁਖਾਂ ਉੱਤੇ ਪਰਮੇਸ਼ਰ ਦੀ ਮਿਹਰ ਕਿਰਪਾ ਦੀ ਦ੍ਰਿਸ਼ਟੀ ਹੋਵੇ ਜੀ, ਔਰ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗਦੇ ਹਨ ਜੀ, ਫਿਰ ਉਹ ਆਪਣੇ ਮੂਲ ਨੂੰ ਪਹਿਚਾਨ ਕੇ ਪਰਮੇਸ਼ਰ ਨਾਲ ਲਿਵ ਲਗਾ ਲੈਂਦੇ ਹਨ ਜੀ। ਉਹ ਵੀ ਉਹਨਾਂ ਦੇ ਅੰਦਰ ਹੀ ਹੈ ਜੀ, ਸਾਡੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਸੱਚਾ ਗੁਰਸ਼ਬਦ ਨਾਮ ਵਸ ਗਿਆ ਹੁੰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਬਾਹਰ ਲੋਕਾਂ ਵਿੱਚ ਵੀ ਫਿਰ ਸੱਚ ਰੂਪ ਗੁਰਸ਼ਬਦ ਗੁਰਬਾਣੀ ਨਾਮ ਹੀ ਵੰਡਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਸੱਚਾ ਗੁਰਸ਼ਬਦ ਨਾਮ ਛੁਪਾਇਆ ਨਹੀਂ ਛੁਪ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਿਹੜੇ ਗੁਰਮੁਖ ਜੀਵ ਸੱਚ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲਿਵ ਲਾ ਕੇ ਪਰਮੇਸ਼ਰ ਨਾਲ ਲਿਵ ਲਗਾਉਂਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੇ ਆਪਣੀ ਹਉਮੈ ਅਤੇ ਮਾਇਆ ਦੋਵੇਂ ਹੀ ਗੁਰਬਾਣੀ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾੜ ਦਿੱਤੇ ਹਨ ਜੀ, ਭਾਵ ਖਤਮ ਕਰ ਲਏ ਹਨ ਜੀ, ਕਾਬੂ 'ਚ ਕਰ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਰਕੇ ਮੇਰਾ ਸੱਚਾ ਪਰਮੇਸ਼ਰ ਆਪ ਹੀ ਉਹਨਾਂ ਨੂੰ ਗੁਰਸ਼ਬਦ ਨਾਲ ਮੇਲ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਭਾਵ ਜੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਆਪਣੇ ਮੂਲ ਨੂੰ ਪਹਿਚਾਨੀਏ, ਉਸ ਦੁਆਰਾ ਆਪਣੇ ਅੰਦਰ ਹਿਰਦੇ ਅੰਦਰ ਤੇ ਮਨ ਅੰਦਰ ਵਸਾਈਏ ਜੀ, ਫਿਰ ਗੁਰੂ ਜੀ ਕਹਿੰਦੇ ਹਨ ਫਿਰ ਪਰਮੇਸ਼ਰ ਵੀ ਆਪਣੀ ਮਿਹਰ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਤਿਗੁਰ ਦਾਤਾ ਰੂਪ ਗੁਰਬਾਣੀ ਦਾ ਉਪਦੇਸ਼ ਗੁਰਮੁਖਾਂ ਨੂੰ ਸੁਣਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਉਂਦੇ ਹਨ ਜੀ, ਅਤੇ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਟਿਕਾ ਵਿੱਚ ਲੈ ਆਉਂਦੇ ਹਨ ਜੀ। ਅਤੇ ਉਹ ਗੁਰਮੁਖ ਪੂਰੇ ਗੁਰੂ ਪਾਸੋਂ ਗੁਰਸ਼ਬਦ ਗੁਰਬਾਣੀ ਨਾਮ ਬਾਰੇ ਪੂਰੀ ਸੋਝੀ ਪ੍ਰਾਪਤ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਗੁਰਸ਼ਬਦ ਨਾਮ ਦੀ ਸੋਝੀ ਹੋਣ ਤੇ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਜੀ ਕਿ ਪਰਮੇਸ਼ਰ ਆਪ ਹੀ ਇਸ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਸਾਜ ਕੇ ਫਿਰ ਉਸ ਨੂੰ ਨਾਸ਼ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਸਿਰਜਣਹਾਰ ਕਰਤਾ ਪੁਰਖ ਨੇ
ਤੋਂ ਬਿਨਾਂ ਹੋਰ ਦੂਜਾ ਕੋਈ ਕਰਤਾ ਪੁਰਖ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸੋਝੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਕਿਸੇ ਵਿਰਲੇ ਗੁਰਮੁਖ ਨੂੰ ਹੀ ਸਮਝ ਵਿੱਚ ਆ ਸਕਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਮਾਇਆ ਕਰ ਮੂਲ ਜੰਤਰ ਪਰਮਾਏ। ਮਾਇਆ ਕਰ ਮੂਲ ਜੰਤਰ ਪਰਮਾਏ। ਗੁਰੂ ਜੀ ਕਹਿੰਦੇ ਹਨ, ਮਾਇਆ ਨੂੰ ਸਾਰੇ ਜਗਤ ਸੰਸਾਰ ਦਾ ਇਹ ਜੰਤੂ ਭੰਗੂੜਾ, ਭਾਵ ਇਹ ਇੱਕ ਨਸ਼ਾ, ਤ੍ਰੈਗੁਣੀ ਮਾਇਆ ਦਾ ਨਸ਼ਾ ਹੈ, ਜੋ ਕਿ ਇੱਕ ਭੰਗੂੜੇ ਦੀ ਤਰ੍ਹਾਂ ਵਿੱਚ ਉਸ ਮਾਇਆ ਨੇ ਸਾਰਿਆਂ ਨੂੰ ਬਿਠਾਇਆ ਹੋਇਆ ਜੀ। ਤੇ ਮਾਨੋ ਇੱਕ ਜੰਤਰ ਕਲਾ ਬਣੀ ਉਸ ਮਾਇਆ ਦੀ, ਤੇ ਉਹਦੇ ਵਿੱਚ ਸਾਨੂੰ ਫਸਾ ਕੇ, ਮਾਇਆ 'ਚ ਫਸਾ ਕੇ, ਬਿਠਾ ਕੇ ਉਸ ਭੰਗੂੜੇ ਵਿੱਚ ਮਾਇਆ ਸਾਨੂੰ ਸਾਰੇ ਪਾਸੇ ਭਵਾਉਂਦੀ ਪਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਦੇ ਮੋਹ ਕਰਕੇ ਸਾਰੇ ਜੀਵ ਜੰਤੂ ਇਨ ਭਰਮਾਂ ਵਿੱਚ ਫਸੇ ਹੋਏ ਹਨ ਜੀ। ਗੁਰੂ ਜੀ ਨੇ ਸਾਨੂੰ ਚੌਥੇ ਸ਼ਬਦ ਵਿੱਚ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ ਦਾ ਵਰਣਨ ਕੀਤਾ ਸੀ, ਅਤੇ ਹੁਣ ਇਸ ਅਵਸਥੀ ਵਿੱਚ, 6ਵੀਂ ਅਵਸਥੀ ਵਿੱਚ ਤ੍ਰੈਗੁਣਾ ਵਿੱਚ ਫਸੇ ਵੇਦ ਪਾਠੀਆਂ ਦੀ ਹਾਲਤ ਦਾ ਬਿਆਨ ਕਰ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਜੋ ਆਪ ਤ੍ਰੈਗੁਣੀ ਮਾਇਆ ਵਿੱਚ ਫਸਿਆ ਹੋਇਆ ਹੈ, ਜੋ ਗਿਆਨੀ ਧਿਆਨੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਆਪਣੇ ਆਪ ਨੂੰ ਗਿਆਨੀ ਸਮਝਦੇ ਹਨ ਅਤੇ ਤ੍ਰੈਗੁਣੀ ਮਾਇਆ ਵਿੱਚ ਫਸੇ ਹੋਣ, ਉਹ ਦੂਸਰਿਆਂ ਦੇ ਅੰਦਰ ਕਿਸ ਤਰ੍ਹਾਂ ਪਰਮੇਸ਼ਰ ਮਾਲਕ ਦੀ ਜੋਤ ਜਗਾ ਸਕਦੇ ਹਨ ਜੀ, ਜਿਹੜੇ ਕਿ ਆਪਣੇ ਆਪ ਨੂੰ ਹੀ ਨਹੀਂ ਉਹ ਪਛਾਣ ਸਕੇ, ਆਪਣੇ ਮੂਲ ਨੂੰ ਹੀ ਨਹੀਂ ਪਛਾਣ ਸਕੇ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਿਵ ਲਗਾਏ, ਫਿਰ ਗੁਰੂ ਦੀ ਮਿਹਰ ਤੇ ਕਿਰਪਾ ਹੋਵੇ, ਤਾਂ ਉਸ ਮਾਇਆਵੀ ਵਿਕਾਰਾਂ ਤੋਂ ਫਿਰ ਛੁਟਕਾਰਾ ਪਾਉਣ ਦੀ ਵਿਧੀ ਬਣ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਤਿਗੁਰੂ ਜੀ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਸਤ ਸਰੂਪ ਦਾਤਾ ਹਨ ਜੀ, ਭਾਵ ਉਹ ਪਰਮੇਸ਼ਰ ਹੀ ਗੁਰਸ਼ਬਦ ਗੁਰਬਾਣੀ ਨਾਮ ਦਾ ਦਾਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਨਾਮ ਦੁਆਰਾ ਸਤ ਸਰੂਪ ਦੀ ਪਛਾਣ ਵਾਹਿਗੁਰੂ ਕਰਵਾ ਦਿੰਦੇ ਹਨ ਜੀ, ਭਾਵ ਤੁਹਾਡੇ ਆਪਣੇ ਮੂਲ ਦੀ ਪਹਿਚਾਣ ਕਰਾ ਦਿੰਦੇ ਹਨ ਜੀ, ਅਤੇ ਸਹਿਜੇ ਹੀ ਪਰਮੇਸ਼ਰ ਦੇ ਨਾਲ ਲਿਵ ਲੱਗ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।